सत श्री अकाल प्यारे विद्यार्थियों, मैं रमन कुमार साइंस मास्टर गवर्नमेंट सीनियर सैकेंडरी स्कूल फुलपुर गरेवाल ਜ਼ਿਲ੍ਹਾ ਰੂਪਨਗਰ ਤੋਂ ਹਾਂ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਪਾਠ ਪਹਿਲਾ ਫਸਲ ਉਤਪਾਦਨ ਅਤੇ ਪ੍ਰਬੰਧਨ ਜਮਾਤ 8ਵੀਂ ਵਿਸ਼ਾ ਸਾਇੰਸ ਦਾ ਇਹ ਪਹਿਲਾ ਲੈਸਨ ਤੁਸੀਂ ਪੜ੍ਹ ਚੁੱਕੇ ਹੋ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਤੁਹਾਡੀ ਅਭਿਆਸ ਪੁਸਤਿਕਾ ਦੇ ਵਿੱਚ ਸਭ ਨਾਲੋਂ ਜੋ ਪਹਿਲਾ ਪ੍ਰਸ਼ਨ ਹੈ ਉਹ ਹੈ ਢੁਕਵੇਂ ਸ਼ਬਦਾਂ ਦੁਆਰਾ ਖਾਲੀ ਸਥਾਨ ਨੂੰ ਭਰੋ। ਇਸ ਵਿੱਚ ਪਹਿਲਾ ਪ੍ਰਸ਼ਨ ਹੈ ਜਾਂ ਪਹਿਲੀ ਖਾਲੀ ਸਥਾਨ ਹੈ, ਇੱਕੋ ਕਿਸਮ ਦੇ ਪੌਦਿਆਂ ਨੂੰ ਇੱਕੋ ਥਾਂ 'ਤੇ ਵੱਡੇ ਪੱਧਰ 'ਤੇ ਉਗਾਉਣ ਨੂੰ ਡੈਸ਼ ਕਹਿੰਦੇ ਹਨ। ਹਾਂਜੀ ਪਿਆਰੇ ਵਿਦਿਆਰਥੀਓ, ਇੱਕੋ ਕਿਸਮ ਦੇ ਪੌਦਿਆਂ ਨੂੰ ਇੱਕੋ ਥਾਂ 'ਤੇ ਵੱਡੇ ਪੱਧਰ 'ਤੇ ਉਗਾਉਣ ਨੂੰ ਕੀ ਕਹਿੰਦੇ ਹਨ? ਫਸਲ ਕਹਿੰਦੇ ਹਨ। ਫਸਲ ਉਗਾਉਣ ਤੋਂ ਪਹਿਲਾਂ ਸਭ ਤੋਂ ਪਹਿਲ ਕਦਮੀ ਮਿੱਟੀ ਦੀ ਡੈਸ਼ ਹੈ। ਵਿਦਿਆਰਥੀਓ, ਫਸਲ ਉਗਾਉਣ ਤੋਂ ਪਹਿਲਾਂ ਸਭ ਤੋਂ ਪਹਿਲਾ ਕਦਮ ਮਿੱਟੀ ਦੀ ਤਿਆਰੀ ਹੈ। ਤੀਜੀ ਖਾਲੀ ਥਾਵਾਂ ਵੱਲ ਆਉਂਦੇ ਹਾਂ ਆਪਾਂ। ਖਰਾਬ ਬੀਜ ਪਾਣੀ ਦੇ ਉੱਪਰ ਡੈਸ਼ ਸ਼ੁਰੂ ਕਰ ਦਿੰਦੇ ਹਨ। ਤੁਸੀਂ ਦੇਖਿਆ ਹੋਏਗਾ ਕਿ ਜਦੋਂ ਵੀ ਆਪਾਂ ਘਰਾਂ ਵਿੱਚ ਵੀ ਰਾਜਮਾ ਜਾਂ ਛੋਲੇ ਕਈ ਵਾਰ ਆਪਾਂ ਭਿਉਂਦੇ ਹਾਂ ਤਾਂ ਕੁਝ ਬੀਜ ਜਿਹੜੇ ਹੈ ਉਹ ਉੱਪਰ ਆ ਜਾਂਦੇ ਹਨ। ਇਸਦਾ ਮਤਲਬ ਕਿ ਉਹ ਬੀਜ ਕੀ ਹਨ? ਖਰਾਬ ਹਨ। ਤਾਂ ਇਸਦਾ ਜਵਾਬ ਕੀ ਆਏਗਾ? ਖਰਾਬ ਬੀਜ ਪਾਣੀ ਦੇ ਉੱਪਰ ਤੈਰਨਾ ਸ਼ੁਰੂ ਕਰ ਦਿੰਦੇ ਹਨ। ਫਸਲ ਉਗਾਉਣ ਲਈ ਉਚਿਤ ਸੂਰਜੀ ਪ੍ਰਕਾਸ਼ ਅਤੇ ਮਿੱਟੀ ਵਿੱਚ ਉਚਿਤ ਡੈਸ਼ ਅਤੇ ਡੈਸ਼ ਹੋਣਾ ਜ਼ਰੂਰੀ ਹੈ। ਸੋ ਪਿਆਰੇ ਵਿਦਿਆਰਥੀਓ, ਫਸਲ ਉਗਾਉਣ ਲਈ ਉਚਿਤ ਸੂਰਜੀ ਪ੍ਰਕਾਸ਼, ਇਹ ਤਾਂ ਇਸ ਨੂੰ ਇਨਵਾਇਰਮੈਂਟ ਯਾਨੀ ਕਿ ਵਾਤਾਵਰਨ ਤੋਂ ਮਿਲ ਗਿਆ ਫਸਲ ਨੂੰ। ਮਿੱਟੀ ਵਿੱਚ ਕਿਸ ਦੀ ਲੋੜ ਹੈ? ਪੋਸ਼ਕ ਤੱਤ ਅਤੇ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ। ਹੁਣ ਪਿਆਰੇ ਵਿਦਿਆਰਥੀਓ, ਆਪਾਂ ਪ੍ਰਸ਼ਨ ਨੰਬਰ 2 ਵਿੱਚ ਆਉਂਦੇ ਹਾਂ, ਜੋ ਕਿ ਹੈ ਮੈਚ ਦਾ ਕਾਲਮ, ਯਾਨੀ ਕਿ ਆਪਾਂ ਨੇ ਕਾਲਮ ਊੜਾ ਅਤੇ ਕਾਲਮ ਆੜਾ ਦੀਆਂ ਵਸਤੂਆਂ ਦਾ ਮਿਲਾਨ ਕਰਨਾ ਹੈ। ਇਸ ਦੇ ਵਿੱਚ ਊੜਾ ਕਾਲਮ ਦੇ ਵਿੱਚ ਨੰਬਰ 1 'ਤੇ ਤੁਸੀਂ ਦੇਖ ਸਕਦੇ ਹੋ ਖਰੀਫ ਦੀਆਂ ਫਸਲਾਂ। ਸੋ ਆਪਾਂ ਨੂੰ ਪਤਾ ਹੈ ਕਿ ਆਪਾਂ ਨੇ ਇਸ ਨੂੰ ਆੜੇ ਕਾਲਮ ਦੇ ਵਿੱਚ ਕਿਸ ਦੇ ਨਾਲ ਮਿਲਾਉਣਾ ਹੈ? ਖਰੀਫ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ ਹਨ? ਧਾਨ ਅਤੇ ਮੱਕੀ। ਦੂਜੇ ਨੰਬਰ 'ਤੇ ਹੈ ਰੱਬੀ ਫਸਲਾਂ। ਇਸ ਨੂੰ ਆਪਾਂ ਕਾਲਮ ਆਰੇ ਦੇ ਸੱਸੇ ਨਾਲ ਮਿਲਾਵਾਂਗੇ, ਕਿਉਂਕਿ ਰੱਬੀ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ ਹਨ? ਕਣਕ, ਛੋਲੇ ਅਤੇ ਮਟਰ। ਨੰਬਰ 3 'ਤੇ ਹੈ ਰਸਾਇਣਿਕ ਖਾਦਾਂ। ਅਤੇ ਰਸਾਇਣਿਕ ਖਾਦਾਂ ਵੀ ਆਪਾਂ ਨੂੰ ਪਤਾ ਹੈ ਕਿਹੜੀਆਂ ਹਨ? ਯੂਰੀਆ ਅਤੇ ਸੁਪਰ ਫਾਸਫੇਟ। ਨੰਬਰ 4 ਦੇਸੀ ਖਾਦਾਂ। ਦੇਸੀ ਖਾਦਾਂ ਆਪਾਂ ਨੂੰ ਪਤਾ ਹੈ ਕਿ ਪਸ਼ੂਆਂ ਦਾ ਗੋਬਰ, ਮੁੱਤ ਅਤੇ ਪੌਦਿਆਂ ਦੇ ਫਾਲਤੂ ਪਦਾਰਥ ਤੋਂ ਬਣਦੀਆਂ ਹਨ। ਇਸ ਲਈ ਆਪਾਂ ਚੌਥੇ ਨੂੰ ਮਿਲਾਵਾਂਗੇ ਈੜੀ ਦੇ ਨਾਲ। ਹਾਂਜੀ ਪਿਆਰੇ ਬੱਚਿਓ, ਪ੍ਰਸ਼ਨ ਨੰਬਰ 3, ਹਰ ਇੱਕ ਦੀਆਂ 2-2 ਉਦਾਹਰਨਾਂ ਦਿਓ। ਇਸ ਦੇ ਵਿੱਚ ਊੜਾ ਖਰੀਫ ਸਾਉਣੀ ਦੀਆਂ ਫਸਲਾਂ, ਆੜਾ ਰੱਬੀ ਦੀਆਂ ਫਸਲਾਂ। ਸੋ ਵਿਦਿਆਰਥੀਓ, ਜਿਵੇਂ ਕਿ ਤੁਸੀਂ ਲੈਸਨ ਦੇ ਵਿੱਚ ਪੜ੍ਹ ਹੀ ਚੁੱਕੇ ਹੋ ਕਿ ਖਰੀਫ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ ਹਨ। ਖਰੀਫ ਦੀਆਂ ਫਸਲਾਂ ਉਹ ਫਸਲਾਂ ਹੁੰਦੀਆਂ ਹਨ ਜੋ ਫਸਲਾਂ ਵਰਖਾ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ। ਉਹਨਾਂ ਨੂੰ ਖਰੀਫ ਦੀਆਂ ਫਸਲਾਂ ਕਿਹਾ ਜਾਂਦਾ ਹੈ। ਭਾਰਤ ਵਿੱਚ ਵੀ ਵਰਖਾ ਦੀ ਰੁੱਤ ਜੂਨ ਤੋਂ ਸਤੰਬਰ ਮਹੀਨੇ ਤੱਕ ਰਹਿੰਦੀ ਹੈ ਅਤੇ ਖਰੀਫ ਦੀਆਂ ਫਸਲਾਂ ਦੀ ਉਦਾਹਰਨ ਹਨ ਚਾਵਲ, ਮੱਕੀ, ਸੋਇਆਬੀਨ, ਮੂੰਗਫਲੀ, ਕਪਾਹ। ਇਹ ਉਹ ਫਸਲਾਂ ਹੁੰਦੀਆਂ ਹਨ ਜੋ ਮਾਨਸੂਨ ਉੱਪਰ ਨਿਰਭਰ ਕਰਦੀਆਂ ਹਨ। ਹੁਣ ਆਪਾਂ ਆੜਾ ਭਾਗ ਦੇਖਦੇ ਹਾਂ, ਯਾਨੀ ਕਿ ਰੱਬੀ ਜਾਂ ਹਾੜੀ ਦੀਆਂ ਫਸਲਾਂ। ਵਿਦਿਆਰਥੀਓ, ਰੱਬੀ ਦੀਆਂ ਫਸਲਾਂ ਉਹ ਫਸਲਾਂ ਹੁੰਦੀਆਂ ਹਨ ਜੋ ਸਰਦੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ, ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਇਹ ਉਹ ਫਸਲਾਂ ਹੁੰਦੀਆਂ ਹਨ ਜੋ ਅਕਤੂਬਰ ਤੋਂ ਮਾਰਚ ਮਹੀਨੇ ਦੌਰਾਨ ਉਗਾਈ ਜਾਂਦੀਆਂ ਹਨ। ਇਹ ਫਸਲਾਂ ਮੌਨਸੂਨ 'ਤੇ ਨਿਰਭਰ ਨਹੀਂ ਕਰਦੀਆਂ ਹਨ ਅਤੇ ਇਹਨਾਂ ਦੀਆਂ ਉਦਾਹਰਨ ਕਣਕ, ਛੋਲੇ, ਮਟਰ, ਸਰੋਂ, ਅਲਸੀ ਹਨ।
ਪਿਆਰੇ ਵਿਦਿਆਰਥੀਓ, ਹੁਣ ਅੱਗੇ ਆਪਾਂ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆ ਤੇ ਨੋਟ ਲਿਖੋ। ਊੜਾ ਭੂਮੀ ਦੀ ਤਿਆਰੀ, ਆੜਾ ਬਿਜਾਈ, ਈੜੀ ਗੋਡੀ, ਸੱਸਾ ਗਹਾਈ। ਸਭ ਨਾਲੋਂ ਪਹਿਲਾਂ ਆਪਾਂ ਊੜਾ ਭਾਗ ਦੇਖਦੇ ਹਾਂ, ਜੋ ਕਿ ਹੈ ਭੂਮੀ ਦੀ ਤਿਆਰੀ। ਸੋ ਵਿਦਿਆਰਥੀਓ, ਤੁਸੀਂ ਪੜ੍ਹਿਆ ਹੀ ਹੋਵੇਗਾ ਕਿ ਫਸਲ ਉਗਾਉਣ ਲਈ ਸਭ ਤੋਂ ਪਹਿਲਾ ਕੰਮ ਹੈ ਖੇਤ ਜਾਂ ਭੂਮੀ ਦੀ ਤਿਆਰੀ। ਖੇਤੀਬਾੜੀ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਮਿੱਟੀ ਨੂੰ ਪੁੱਟਣਾ ਤੇ ਪੋਲਾ ਕਰਨਾ ਹੈ। ਇਸ ਤਰ੍ਹਾਂ ਕਰਨ ਨਾਲ ਪੌਦਿਆਂ ਦੀਆਂ ਜੜ੍ਹਾਂ ਆਸਾਨੀ ਨਾਲ ਮਿੱਟੀ ਅੰਦਰ ਡੂੰਘੀਆਂ ਧੱਸ ਸਕਦੀਆਂ ਹਨ। ਪੋਲੀ ਮਿੱਟੀ ਵਿੱਚ ਜੜ੍ਹਾਂ ਡੂੰਘਾਈ ਵਿੱਚ ਵੀ ਆਸਾਨੀ ਨਾਲ ਸਾਹ ਲੈ ਸਕਦੀਆਂ ਹਨ। ਵਿਦਿਆਰਥੀਓ, ਭੂਮੀ ਦੀ ਤਿਆਰੀ ਲਈ ਪੁਰਾਣੇ ਸਮਿਆਂ ਵਿੱਚ ਹਲ ਦੀ ਵਰਤੋਂ ਕੀਤੀ ਜਾਂਦੀ ਸੀ। ਬਹੁਤ ਪੁਰਾਣੇ ਸਮਿਆਂ ਤੋਂ ਹਲ ਨੂੰ ਮਿੱਟੀ ਉਲਟਾਉਣ ਲਈ, ਖਾਦ ਪਾਉਣ ਲਈ, ਨਦੀ ਹਟਾਉਣ ਲਈ ਅਤੇ ਮਿੱਟੀ ਖੁਰਚਣ ਲਈ ਵਰਤਿਆ ਜਾਂਦਾ ਹੈ। ਇਹ ਹਲ ਲੱਕੜੀ ਦਾ ਬਣਿਆ ਹੁੰਦਾ ਹੈ ਅਤੇ ਬਲਦਾਂ ਜਾਂ ਹੋਰ ਪਸ਼ੂ ਜਿਵੇਂ ਘੋੜੇ ਅਤੇ ਊਂਠ ਆਦਿ ਨਾਲ ਖਿੱਚਿਆ ਜਾਂਦਾ ਹੈ। ਇਸ ਦਾ ਇੱਕ ਸਿਰਾ ਲੋਹੇ ਦਾ ਬਣਿਆ ਹੁੰਦਾ ਹੈ ਜੋ ਤਿੱਖਾ ਤੇ ਮਜ਼ਬੂਤ ਹੁੰਦਾ ਹੈ। ਇਸ ਨੂੰ ਫਾੜਾ ਆਖਦੇ ਹਨ। ਤੁਸੀਂ ਦੇਖ ਸਕਦੇ ਹੋ ਇਸ ਡਾਇਗਰਾਮ ਦੇ ਵਿੱਚ ਕਿ ਹਲ ਕਿਸ ਤਰ੍ਹਾਂ ਦਾ ਬਣਿਆ ਹੁੰਦਾ ਹੈ ਅਤੇ ਇਸ ਨੂੰ ਪਸ਼ੂਆਂ ਦੀ ਮਦਦ ਦੇ ਨਾਲ ਖਿੱਚਿਆ ਜਾਂਦਾ ਹੈ। ਹੁਣ ਆਪਾਂ ਵਧਦੇ ਹਾਂ। ਇਸੀ ਫਸਲ ਭੂਮੀ ਦੀ ਤਿਆਰੀ ਦਾ ਅਗਲਾ ਹਿੱਸਾ ਹੈ ਕਰੰਡੀ। ਜਿਸ ਤਰ੍ਹਾਂ ਹਲ ਦੇ ਨਾਲ ਅਸੀਂ ਭੂਮੀ ਦੀ ਤਿਆਰੀ ਕਰਦੇ ਹਾਂ, ਇਸੀ ਤਰ੍ਹਾਂ ਆਪਣੇ ਕੋਲ ਇੱਕ ਹੋਰ ਔਜ਼ਾਰ ਹੈ ਜਿਸ ਨੂੰ ਕਿ ਅਸੀਂ ਕਰੰਡੀ ਵੀ ਕਹਿੰਦੇ ਹਾਂ। ਇਹ ਇੱਕ ਅਜਿਹਾ ਔਜ਼ਾਰ ਹੈ ਜੋ ਨਦੀਨ ਹਟਾਉਣ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਹੈ। ਇਹ ਇੱਕ ਲੰਬੀ ਲੱਕੜ ਦੀ ਜਾਂ ਲੋਹੇ ਦੀ ਛੜ ਹੁੰਦੀ ਹੈ। ਇਸ ਛੜ ਦੇ ਇੱਕ ਸਿਰੇ 'ਤੇ ਮਜ਼ਬੂਤ, ਚੌੜੀ ਅਤੇ ਮੁੜੀ ਹੋਈ ਲੋਹੇ ਦੀ ਪਲੇਟ ਫਿੱਟ ਹੁੰਦੀ ਹੈ ਅਤੇ ਇਹ ਬਲੇਡ ਦੀ ਤਰ੍ਹਾਂ ਕੰਮ ਕਰਦੀ ਹੈ। ਤੁਸੀਂ ਦੇਖ ਸਕਦੇ ਹੋ ਇਸ ਡਾਇਗਰਾਮ ਦੇ ਵਿੱਚ ਇਹ ਕਰੰਡੀ ਹੈ। ਇਸ ਦੇ ਇੱਕ ਸਿਰੇ ਦੇ ਉੱਤੇ ਪਲੇਟ ਲੱਗੀ ਹੋਈ ਹੈ। ਪਿਆਰੇ ਵਿਦਿਆਰਥੀਓ, ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਵੱਲ, ਜੋ ਹੈ ਬੀਜ ਬੀਜਣਾ। ਪਿਆਰੇ ਵਿਦਿਆਰਥੀਓ, ਜਿਸ ਨੂੰ ਬੀਜ ਬੀਜਣਾ ਨੂੰ ਅਸੀਂ ਬਿਜਾਈ ਵੀ ਕਹਿ ਦਿੰਦੇ ਹਾਂ। ਬਿਜਾਈ ਫਸਲ ਉਤਪਾਦਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਬੀਜਣ ਤੋਂ ਪਹਿਲਾਂ ਵਧੀਆ ਕਿਸਮ ਦੇ ਬੀਜਾਂ ਦੀ ਚੋਣ ਕੀਤੀ ਜਾਂਦੀ ਹੈ। ਉੱਤਮ ਕਿਸਮ ਦੇ ਸਾਫ਼ ਅਤੇ ਸਿਹਤਮੰਦ ਬੀਜ ਹੀ ਵਧੀਆ ਹੁੰਦੇ ਹਨ। ਕਿਸਾਨ ਉਹਨਾਂ ਬੀਜਾਂ ਨੂੰ ਹੀ ਪਹਿਲ ਦਿੰਦੇ ਹਨ ਜੋ ਵਧੀਆ ਝਾੜ ਦੇ ਸਕਦੇ ਹਨ। ਇਸ ਤੋਂ ਇਲਾਵਾ ਬੀਜਣ ਤੋਂ ਪਹਿਲਾਂ ਅਸੀਂ ਉਹਨਾਂ ਬੀਜਾਂ ਨੂੰ ਕੁਝ ਦੇਰ ਲਈ ਪਾਣੀ ਵਿੱਚ ਵੀ ਭਿਓ ਦਿੰਦੇ ਹਨ ਤਾਂ ਕਿ ਬੀਜਾਂ ਨੂੰ ਪੁੰਗਰਨ ਲਈ ਚੰਗਾ ਵਾਤਾਵਰਨ ਮਿਲ ਸਕੇ। ਬੀਜ ਬੀਜਣ ਵਾਸਤੇ ਵੀ ਅਸੀਂ ਪਰੰਪਰਾਗਤ ਔਜ਼ਾਰ ਦੀ ਵਰਤੋਂ ਕਰਦੇ ਹਨ। ਇਹ ਤੁਸੀਂ ਦੇਖ ਸਕਦੇ ਹੋ ਇਸ ਡਾਇਗਰਾਮ ਦੇ ਵਿੱਚ ਕਿ ਕਿਵੇਂ ਕਿਸਾਨ ਪਰੰਪਰਾਗਤ ਯਾਨੀ ਕਿ ਪੁਰਾਣੇ ਤਰੀਕੇ ਦੇ ਨਾਲ ਪਸ਼ੂਆਂ ਦੀ ਮਦਦ ਦੇ ਨਾਲ ਬੀਜ ਬੀਜ ਰਹੇ ਹਨ। ਇਸ ਦੇ ਉੱਪਰ ਇੱਕ ਕੀਪ ਲੱਗੀ ਹੁੰਦੀ ਹੈ ਜਿਸ ਦੇ ਅੰਦਰ ਬੀਜਾਂ ਨੂੰ ਪਾਇਆ ਜਾਂਦਾ ਹੈ ਅਤੇ ਨੀਚੇ ਇੱਕ ਪਾਈਪ ਹੁੰਦੀ ਹੈ ਜਿਸ ਨਾਲ ਉਹ ਬੀਜ ਮਿੱਟੀ ਦੇ ਵਿੱਚ ਚਲੇ ਜਾਂਦੇ ਹਨ। ਇਹ ਪੁਰਾਣਾ ਮੈਥਡ ਹੈ, ਪਰ ਅੱਜ ਕੱਲ੍ਹ ਇਹਨਾਂ ਬੀਜਾਂ ਨੂੰ ਬੀਜਣ ਵਾਸਤੇ ਬੀਜ ਡਰਿਲ ਯਾਨੀ ਕਿ ਸੀਡ ਡਰਿਲ, ਇਸ ਨੂੰ ਅਸੀਂ ਬੀਜ ਪੋਰ ਵੀ ਕਹਿ ਦਿੰਦੇ ਹਾਂ, ਦੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੱਲ੍ਹ ਬਿਜਾਈ ਕਰਨ ਲਈ ਟਰੈਕਟਰ ਦੀ ਮਦਦ ਨਾਲ ਚੱਲਣ ਵਾਲੀ ਬੀਜ ਡਰਿਲ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਬੀਜ ਨੂੰ ਮਿੱਟੀ ਵਿੱਚ ਸਹੀ ਡੂੰਘਾਈ ਅਤੇ ਸਹੀ ਦੂਰੀ 'ਤੇ
ਇੱਕਸਾਰ ਬੀਜਦਾ ਹੈ। ਇਸ ਨਾਲ ਬੀਜ ਨਾਲ ਦੀ ਨਾਲ ਮਿੱਟੀ ਨਾਲ ਢਕੇ ਵੀ ਜਾਂਦੇ ਹਨ। ਇਸ ਤਰ੍ਹਾਂ ਪੰਛੀਆਂ ਦੁਆਰਾ ਨੁਕਸਾਨ ਹੋਣ ਤੋਂ ਬਚ ਜਾਂਦਾ ਹੈ। ਇਸ ਤਰ੍ਹਾਂ ਬੀਜ ਡਰਿਲ ਦੁਆਰਾ ਸਮੇਂ ਅਤੇ ਖਰਚ ਦੋਨਾਂ ਦੀ ਬਚਤ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਜੋ ਪਹਿਲਾ ਮੈਥਡ ਸੀ ਪਰੰਪਰਾਗਤ ਮੈਥਡ, ਉਸ ਦੇ ਵਿੱਚ ਕੀ ਹੁੰਦਾ ਸੀਗਾ, ਮਿੱਟੀ ਨੂੰ ਆਪ ਢਕਣਾ ਹੁੰਦਾ ਹੈ। ਬੀਜਾਂ ਨੂੰ ਜਦ ਬੀਜ ਪਾਈਪ ਰਾਹੀਂ ਨੀਚੇ ਗਿਰ ਜਾਂਦੇ ਸਨ, ਪਰ ਬੀਜ ਡਰਿਲ ਦੇ ਵਿੱਚ ਬੀਜ ਵੀ ਆਪਣੇ ਆਪ ਬੀਜੇ ਜਾਂਦੇ ਹਨ ਅਤੇ ਮਿੱਟੀ ਵੀ ਉਹਨਾਂ ਉੱਤੇ ਆਪਣੇ ਆਪ ਵਿਛੀ ਚਲੀ ਜਾਂਦੀ ਹੈ। ਸੋ ਇਹ ਇੱਕ ਮਾਡਰਨ ਟੈਕਨੋਲੋਜੀ ਦਾ ਆਪਾਂ ਨੂੰ ਫਾਇਦਾ ਹੈ। ਸਮਾਂ ਵੀ ਬਚਦਾ ਹੈ ਅਤੇ ਖਰਚਾ ਵੀ ਬਚਦਾ ਹੈ। ਤੁਸੀਂ ਦੇਖ ਸਕਦੇ ਹੋ ਡਾਇਗਰਾਮ ਵਿੱਚ ਬੀਜ ਡਰਿਲ। ਆਓ ਆਪਾਂ ਹੁਣ ਅਗਲੇ ਪ੍ਰਸ਼ਨ ਵੱਲ ਚੱਲੀਏ, ਜੋ ਹੈ ਭਾਗ ਈੜੀ ਗੋਡੀ। ਸੋ ਪਿਆਰੇ ਵਿਦਿਆਰਥੀਓ, ਗੋਡੀ ਕਈ ਵਾਰੀ ਖੇਤ ਵਿੱਚ ਫਸਲ ਦੇ ਨਾਲ ਨਾਲ ਕਈ ਵਾਰੀ ਫਾਲਤੂ ਪੌਦੇ ਵੀ ਉਗਾਉਂਦੇ ਹਨ। ਇਹਨਾਂ ਫਾਲਤੂ ਪੌਦਿਆਂ ਨੂੰ ਨਦੀਨ ਕਿਹਾ ਜਾਂਦਾ ਹੈ। ਇਹਨਾਂ ਨਦੀਨਾਂ ਨੂੰ ਖੇਤਾਂ ਵਿੱਚ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਗੋਡੀ ਕਹਿੰਦੇ ਹਨ। ਵਿਦਿਆਰਥੀਓ, ਤੁਸੀਂ ਦੇਖਿਆ ਹੋਵੇਗਾ ਕਿ ਖੇਤ ਵਿੱਚ ਕਈ ਵਾਰੀ ਜੋ ਫਸਲ ਹੁੰਦੀ ਹੈ ਉਸ ਦੇ ਨਾਲ ਬੇਲੋੜੇ ਪੌਦੇ ਉੱਗ ਪੈਂਦੇ ਹਨ। ਇਹਨਾਂ ਬੇਲੋੜੇ ਪੌਦਿਆਂ ਨੂੰ ਜ਼ਮੀਨ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਜੇਕਰ ਆਪਾਂ ਇਸ ਨੂੰ ਬਾਹਰ ਨਾ ਕੱਢੀਏ ਤਾਂ ਫਿਰ ਇਹ ਫਸਲ ਨਾਲ ਪੋਸ਼ਕ ਤੱਤਾਂ, ਪਾਣੀ ਅਤੇ ਰੋਸ਼ਨੀ ਦੀ ਪ੍ਰਾਪਤੀ ਲਈ ਮੁਕਾਬਲਾ ਕਰਦੇ ਰਹਿੰਦੇ ਹਨ। ਇਸ ਨਾਲ ਫਸਲੀ ਪੌਦਿਆਂ ਦੇ ਵਾਧੇ ਉੱਪਰ ਮਾੜਾ ਅਸਰ ਪੈਂਦਾ ਹੈ ਅਤੇ ਫਸਲ ਦਾ ਝਾੜ ਘਟ ਜਾਂਦਾ ਹੈ। ਕੁਝ ਨਦੀਨ ਫਸਲ ਦੀ ਵਾਢੀ ਵੇਲੇ ਰੁਕਾਵਟ ਵੀ ਬਣਦੇ ਹਨ, ਕਿਉਂਕਿ ਕੁਝ ਨਦੀਨ ਮਨੁੱਖ ਅਤੇ ਜੰਤੂਆਂ ਲਈ ਬਹੁਤ ਹੀ ਜ਼ਹਿਰੀਲੇ ਹੁੰਦੇ ਹਨ। ਸੋ ਇਸ ਕਰਕੇ ਇਹਨਾਂ ਨਦੀਨਾਂ ਨੂੰ ਖੇਤਾਂ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੈ। ਤੁਸੀਂ ਦੇਖਿਆ ਹੋਣਾ, ਆਮ ਤੌਰ 'ਤੇ ਇਸ ਦੀਆਂ ਉਦਾਹਰਨਾਂ ਗੁੱਲੀ ਡੰਡਾ ਜਾਂ ਬਾਥੂ ਹਨ। ਤੁਸੀਂ ਦੇਖ ਸਕਦੇ ਹੋ, ਨਦੀਨ ਨੂੰ ਆਪਾਂ ਹੱਥ ਨਾਲ ਪੁੱਟ ਕੇ ਬਾਹਰ ਕੱਢ ਸਕਦੇ ਹਾਂ, ਜਾਂ ਆਪਾਂ ਖੁਰਪੇ ਦੀ ਮਦਦ ਲੈ ਸਕਦੇ ਹਾਂ, ਜਾਂ ਫਿਰ ਆਪਾਂ ਨਦੀਨ ਨਾਸ਼ਕ ਜੋ ਕਿ ਕੈਮੀਕਲ ਹੁੰਦੇ ਹਨ, ਇਹਨਾਂ ਕੈਮੀਕਲਸ ਦੀ ਮਦਦ ਨਾਲ ਵੀ ਆਪਾਂ ਨਦੀਨਾਂ ਨੂੰ ਖਤਮ ਕਰ ਸਕਦੇ ਹਾਂ। ਵਿਦਿਆਰਥੀਓ, ਫਸਲ ਬੀਜਣ ਤੋਂ ਬਾਅਦ ਜਦੋਂ ਫਸਲ ਵੱਡੀ ਹੋ ਜਾਂਦੀ ਹੈ, ਉਸ ਤੋਂ ਬਾਅਦ ਆਪਾਂ ਗੋਡੀ ਕਰਦੇ ਹਨ। ਇਸ ਦਾ ਇੱਕ ਹੋਰ ਫਾਇਦਾ ਹੈ ਕਿ ਮਿੱਟੀ ਪੋਲੀ ਹੋ ਜਾਂਦੀ ਹੈ। ਇਸ ਨਾਲ ਜਿਹੜੀ ਹਵਾ ਹੈ ਉਹ ਪੌਦਿਆਂ ਦੇ ਜੜ੍ਹਾਂ ਤੱਕ ਬੜੀ ਆਸਾਨੀ ਨਾਲ ਪਹੁੰਚ ਜਾਂਦੀ ਹੈ। ਅਗਲੇ ਪ੍ਰਸ਼ਨ ਵੱਲ ਵੱਧਦੇ ਹਨ, ਜੋ ਹੈ ਗਹਾਈ। ਇਹ ਭਾਗ ਸੱਸਾ ਦਾ ਆਖਰੀ ਪ੍ਰਸ਼ਨ ਹੈ, ਪ੍ਰਸ਼ਨ ਨੰਬਰ 3 ਦਾ। ਸੋ ਗਹਾਈ ਕੱਟੀ ਹੋਈ ਫਸਲ ਦੇ ਵਿੱਚੋਂ ਦਾਣਿਆਂ ਨੂੰ ਵੱਖ ਕੀਤਾ ਜਾਂਦਾ ਹੈ, ਜਿਸ ਨੂੰ ਗਹਾਈ ਜਾਂ ਇੰਗਲਿਸ਼ ਦੇ ਵਿੱਚ ਥ੍ਰੈਸ਼ਿੰਗ ਕਹਿੰਦੇ ਹਨ। ਇਹ ਕੰਮ ਨੂੰ ਕੰਬਾਈਨ ਹਾਰਵੈਸਟਰ ਦੁਆਰਾ ਵੀ ਕੀਤਾ ਜਾਂਦਾ ਹੈ, ਜੋ ਅਸਲ ਵਿੱਚ ਰੀਪਰ ਅਤੇ ਥ੍ਰੈਸ਼ਰ ਦਾ ਸੰਯੁਕਤ ਰੂਪ ਹੈ। ਤੁਸੀਂ ਦੇਖ ਸਕਦੇ ਹੋ ਇਸ ਡਾਇਗਰਾਮ ਦੇ ਵਿੱਚ ਕਿ ਕਿਵੇਂ ਅਸੀਂ ਇਸ ਮਸ਼ੀਨ ਰਾਹੀਂ ਦਾਣਿਆਂ ਨੂੰ ਫਸਲ ਤੋਂ ਆਪਾਂ ਅੱਡ ਕਰ ਸਕਦੇ ਹਾਂ। ਇਸ ਨਾਲ ਸਮਾਂ ਬਹੁਤ ਜ਼ਿਆਦਾ ਬਚ ਜਾਂਦਾ ਹੈ ਆਪਣਾ। ਅਤੇ ਇਸ ਤੋਂ ਇਲਾਵਾ ਆਪਣਾ ਪਰੰਪਰਾਗਤ ਮੈਥਡ ਵੀ ਹੈ, ਜਿਸ ਵਿੱਚ ਆਪਾਂ ਕਿਸੇ ਮਸ਼ੀਨ ਦੀ ਵਰਤੋਂ ਨਾ ਕਰਦੇ ਹੋਏ ਆਪਾਂ ਝਾੜਾਂ ਨੂੰ, ਜੋ ਫਸਲ ਦੀ ਝਾੜ ਹੈ, ਉਸਨੂੰ ਜ਼ਮੀਨ ਦੇ ਉੱਤੇ ਪਟਕਦੇ ਹਾਂ, ਜਿਸ ਨਾਲ ਉਸ ਦੇ ਵਿੱਚੋਂ ਦਾਣੇ ਬਾਹਰ ਆ ਜਾਂਦੇ ਹਨ। ਪਰੰਪਰਾਗਤ ਮੈਥਡ ਦੇ ਵਿੱਚ ਊਰਜਾ, ਸਮਾਂ ਬਹੁਤ ਖਰਾਬ ਹੁੰਦਾ ਸੀ, ਪਰ ਜੋ ਥ੍ਰੈਸ਼ਿੰਗ ਦੀ ਮਸ਼ੀਨ ਹੈ, ਇਸ ਦੇ ਨਾਲ ਸਮਾਂ, ਊਰਜਾ ਦੋਨੋਂ ਬਚਦੇ ਹਨ। ਪ੍ਰਸ਼ਨ ਨੰਬਰ 5 ਵੱਲ ਆਉਂਦੇ ਹਨ ਪਿਆਰੇ ਵਿਦਿਆਰਥੀਓ, ਜੋ ਹੈ ਰਸਾਇਣਿਕ ਖਾਦਾਂ ਅਤੇ ਰੂੜੀ ਖਾਦਾਂ ਵਿੱਚ ਅੰਤਰ ਸਪਸ਼ਟ ਕਰੋ। ਪਿਆਰੇ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ ਰਸਾਇਣਿਕ ਖਾਦਾਂ ਲਿਖੀਆਂ ਹੋਈਆਂ ਹਨ ਅਤੇ ਦੂਸਰੇ ਪਾਸੇ ਰੂੜੀ ਖਾਦ ਲਿਖੀ ਹੋਈ ਹੈ। ਪਿਆਰੇ ਵਿਦਿਆਰਥੀਓ, ਜਦੋਂ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆਉਂਦਾ ਹੈ ਅੰਤਰ ਵਾਲਾ,
ਤਾਂ ਤੁਸੀਂ ਇਹਨਾਂ ਦੇ ਆਨਸਰ ਹਮੇਸ਼ਾ ਸੈਂਟਰ ਵਿੱਚ ਲਾਈਨ ਮਾਰ ਕੇ ਇੱਕ ਪਾਸੇ ਰਸਾਇਣਿਕ ਖਾਦਾਂ ਦੂਜੇ ਪਾਸੇ ਰੂੜੀ ਖਾਦ ਲਿਖ ਕੇ ਤੇ ਪੁਆਇੰਟਸ ਵਿੱਚ ਇਹਨਾਂ ਦੇ ਜਵਾਬ ਦੇਣੇ ਹਨ। ਸੋ ਰਸਾਇਣਿਕ ਖਾਦ ਨੰਬਰ 1, ਰਸਾਇਣਿਕ ਖਾਦਾਂ ਅਕਾਰਬਨਿਕ ਪਦਾਰਥ ਹਨ, ਜਦੋਂ ਕਿ ਰੂੜੀ ਖਾਦ ਕੁਦਰਤੀ ਪਦਾਰਥ ਹੈ ਜੋ ਕਿ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ ਤਿਆਰ ਹੁੰਦੀ ਹੈ। ਪੁਆਇੰਟ ਨੰਬਰ 2, ਰਸਾਇਣਿਕ ਖਾਦਾਂ ਦਾ ਉਤਪਾਦਨ ਫੈਕਟਰੀਆਂ ਵਿੱਚ ਕੀਤਾ ਜਾਂਦਾ ਹੈ, ਜਦੋਂ ਕਿ ਰੂੜੀ ਖਾਦ ਖੇਤਾਂ ਵਿੱਚ ਜਾਂ ਘਰਾਂ ਦੇ ਬਾਹਰ ਖੁੱਲ੍ਹੀ ਥਾਂ ਵਿੱਚ ਤਿਆਰ ਕੀਤੀ ਜਾਂਦੀ ਹੈ। ਰਸਾਇਣਿਕ ਖਾਦਾਂ ਪੁਆਇੰਟ ਨੰਬਰ 3, ਰਸਾਇਣਿਕ ਖਾਦਾਂ ਭੂਮੀ ਨੂੰ ਮੱਲੜ ਪ੍ਰਦਾਨ ਨਹੀਂ ਕਰਦੀਆਂ, ਜਦੋਂ ਕਿ ਰੂੜੀ ਖਾਦ ਭੂਮੀ ਨੂੰ ਭਰਪੂਰ ਮਾਤਰਾ ਵਿੱਚ ਮੱਲੜ ਪ੍ਰਦਾਨ ਕਰਦੀ ਹੈ। ਪੁਆਇੰਟ ਨੰਬਰ 4, ਰਸਾਇਣਿਕ ਖਾਦਾਂ ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਆਦਿ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜਦੋਂ ਕਿ ਰੂੜੀ ਖਾਦ ਵਿੱਚ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਇਹ ਪੋਸ਼ਕ ਤੱਤ ਘੱਟ ਮਾਤਰਾ ਵਿੱਚ ਹੁੰਦੇ ਹਨ। ਹੁੰਦੇ ਜ਼ਰੂਰ ਹਨ ਪਰ ਘੱਟ ਮਾਤਰਾ ਵਿੱਚ ਹੁੰਦੇ ਹਨ। ਆਓ ਆਪਾਂ ਅਗਲਾ ਪ੍ਰਸ਼ਨ ਦੇਖੀਏ। ਪ੍ਰਸ਼ਨ ਨੰਬਰ 6, ਸਿੰਚਾਈ ਕੀ ਹੈ? ਸਿੰਚਾਈ ਦੇ ਦੋ ਅਜਿਹੇ ਢੰਗਾਂ ਦੀ ਵਿਆਖਿਆ ਕਰੋ ਜੋ ਪਾਣੀ ਦੀ ਬਚਤ ਕਰਦੇ ਹਨ। ਸੋ ਵਿਦਿਆਰਥੀਓ, ਤੁਸੀਂ ਇਹ ਲੈਸਨ ਵਿੱਚ ਪੜ੍ਹਿਆ ਹੀ ਹੈ। ਸਿੰਚਾਈ ਯਾਨੀ ਕਿ ਫਸਲਾਂ ਨੂੰ ਉਚਿਤ ਅੰਤਰਾਲ 'ਤੇ ਪਾਣੀ ਦੇਣ ਦੀ ਪ੍ਰਕਿਰਿਆ ਨੂੰ ਸਿੰਚਾਈ ਆਖਦੇ ਹਨ। ਪਿਆਰੇ ਵਿਦਿਆਰਥੀਓ, ਸਿੰਚਾਈ ਪੌਦਿਆਂ ਦੇ ਲਈ ਬਹੁਤ ਜ਼ਰੂਰੀ ਹੈ। ਪਾਣੀ ਦੀ ਮਦਦ ਨਾਲ ਹੀ ਪੌਦੇ ਵੱਧਦੇ ਫੁੱਲਦੇ ਹਨ। ਪਾਣੀ ਦੀ ਮਦਦ ਦੇ ਨਾਲ ਹੀ ਪੌਦੇ ਜ਼ਮੀਨ ਦੇ ਵਿੱਚੋਂ ਖਣਿਜ ਪਦਾਰਥਾਂ ਨੂੰ ਖਿੱਚ ਸਕਦੇ ਹਨ। ਵਿਦਿਆਰਥੀਓ, ਵੈਸੇ ਤਾਂ ਫਸਲਾਂ ਨੂੰ ਪਾਣੀ ਦੇਣ ਦੇ ਕਈ ਢੰਗ ਹਨ। ਆਮ ਤੌਰ 'ਤੇ ਪੁਰਾਣੇ ਸਮਿਆਂ ਵਿੱਚ ਫਸਲਾਂ ਨੂੰ ਪਾਣੀ ਖੂਹਾਂ ਰਾਹੀਂ ਦਿੰਦੇ ਸਨ। ਇਸ ਤੋਂ ਇਲਾਵਾ ਫਸਲਾਂ ਨੂੰ ਪਾਣੀ ਵੱਡੇ ਪੱਧਰ 'ਤੇ ਮੀਂਹ ਦੇ ਉੱਤੇ ਵੀ ਨਿਰਭਰ ਕਰਦਾ ਹੈ। ਅੱਜ ਕੱਲ੍ਹ ਟਿਊਬਵੈੱਲ, ਨਹਿਰਾਂ ਰਾਹੀਂ ਵੀ ਪੌਦਿਆਂ ਨੂੰ ਪਾਣੀ ਦਿੱਤਾ ਜਾਂਦਾ ਹੈ। ਪਰ ਜੋ ਆਪਣਾ ਪ੍ਰਸ਼ਨ ਹੈ, ਸਿੰਚਾਈ ਦੇ ਦੋ ਅਜਿਹੇ ਢੰਗਾਂ ਦੀ ਵਿਆਖਿਆ ਕਰੋ ਜੋ ਪਾਣੀ ਦੀ ਬਚਤ ਕਰਦੇ ਹਨ। ਆਮ ਤੌਰ 'ਤੇ ਟਿਊਬਵੈੱਲ ਰਾਹੀਂ, ਨਹਿਰਾਂ ਰਾਹੀਂ ਜੋ ਆਪਾਂ ਫਸਲਾਂ ਨੂੰ ਪਾਣੀ ਦਿੰਦੇ ਹਨ, ਇਸ ਦੇ ਵਿੱਚ ਪਾਣੀ ਦਾ ਬਹੁਤ ਜ਼ਿਆਦਾ ਵੇਸਟ ਹੁੰਦਾ ਹੈ। ਇਸ ਨੂੰ ਆਪਾਂ ਘੱਟ ਕਰਨ ਲਈ ਕਿਹੜੇ ਢੰਗ ਆਪਾਂ ਯੂਜ਼ ਕਰ ਸਕਦੇ ਹਨ। ਸੋ ਪਹਿਲਾ ਹੈ ਫੁਹਾਰਾ ਪ੍ਰਣਾਲੀ। ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਵਿੱਚ ਵੀ। ਇਹ ਪ੍ਰਣਾਲੀ ਅਣਪੱਧਰੀ ਅਸਮਤਲ ਜ਼ਮੀਨ ਲਈ ਬਹੁਤ ਲਾਭਦਾਇਕ ਹੈ, ਜਿੱਥੇ ਪਾਣੀ ਇਕਸਾਰ ਮਾਤਰਾ ਵਿੱਚ ਨਹੀਂ ਪਹੁੰਚ ਸਕਦਾ ਹੈ। ਲੰਬਾਤਮਕ ਦਾਅ ਵਿੱਚ ਖੜੀਆਂ ਪਾਈਪਾਂ ਜਿਨ੍ਹਾਂ ਦੇ ਸਿਰੇ 'ਤੇ ਘੁੰਮਣ ਵਾਲੀਆਂ ਨੋਜ਼ਲਾਂ ਫਿੱਟ ਕੀਤੀਆਂ ਹੁੰਦੀਆਂ ਹਨ, ਨੂੰ ਇੱਕ ਮੁੱਖ ਪਾਈਪ ਨਾਲ ਕੁਝ ਦੂਰੀ 'ਤੇ ਜੋੜਿਆ ਜਾਂਦਾ ਹੈ। ਜਦੋਂ ਮੁੱਖ ਪਾਈਪ ਵਿੱਚੋਂ ਦੀ ਪੰਪ ਦੁਆਰਾ ਉੱਚ ਦਬਾਅ 'ਤੇ ਪਾਣੀ ਛੱਡਿਆ ਜਾਂਦਾ ਹੈ ਤਾਂ ਇਹ ਘੁੰਮ ਰਹੀਆਂ ਨੋਜ਼ਲਾਂ ਵਿੱਚੋਂ ਬਾਹਰ ਆਉਂਦਾ ਹੈ। ਇਹ ਪਾਣੀ ਫਸਲਾਂ ਉੱਪਰ ਇਸ ਤਰ੍ਹਾਂ ਛਿੜਕਿਆ ਜਾਂਦਾ ਹੈ ਜਿਵੇਂ ਕਿ ਵਰਖਾ ਹੋ ਰਹੀ ਹੋਵੇ। ਤੁਸੀਂ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ। ਆਮ ਤੌਰ 'ਤੇ ਇਸ ਤਰ੍ਹਾਂ ਦਾ ਪਾਣੀ ਤੁਸੀਂ ਪਾਰਕਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਸੀਂ ਕਿਸ ਤਰ੍ਹਾਂ ਪੌਦਿਆਂ ਨੂੰ ਪਾਣੀ ਦਿੰਦੇ ਹਾਂ। ਸਾਡੇ ਕੋਲ ਦੂਸਰਾ ਮੈਥਡ ਹੈ ਤੁਪਕਾ ਪ੍ਰਣਾਲੀ, ਜਿਸ ਨੂੰ ਕਿ ਆਪਾਂ ਡ੍ਰਿਪ ਸਿਸਟਮ ਵੀ ਕਹਿ ਦਿੰਦੇ ਹਾਂ। ਇਸ ਪ੍ਰਣਾਲੀ ਵਿੱਚ ਪਾਣੀ ਤੁਪਕਾ ਕਰਕੇ ਜੜ੍ਹਾਂ ਦੇ ਨੇੜੇ ਵਾਲੀ ਜਗ੍ਹਾ 'ਤੇ ਛੱਡਿਆ ਜਾਂਦਾ ਹੈ। ਇਸ ਲਈ ਇਸ ਨੂੰ ਤੁਪਕਾ ਪ੍ਰਣਾਲੀ ਆਖਦੇ ਹਨ। ਫਲਦਾਰ ਦਰੱਖਤਾਂ, ਬਾਗਾਂ ਅਤੇ ਆਮ ਦਰੱਖਤਾਂ ਨੂੰ ਪਾਣੀ ਦੇਣ ਦਾ ਇਹ ਇੱਕ ਬਹੁਤ ਵਧੀਆ ਤਰੀਕਾ ਹੈ। ਇਸ ਪ੍ਰਣਾਲੀ ਦੁਆਰਾ ਦਰੱਖਤਾਂ ਨੂੰ ਪਾਣੀ ਤੁਪਕਾ ਕਰਕੇ ਪ੍ਰਾਪਤ ਹੁੰਦਾ ਹੈ। ਤੁਸੀਂ ਦੇਖ ਸਕਦੇ ਹੋ ਇਸ ਡਾਇਗਰਾਮ ਦੇ ਵਿੱਚ ਕਿ ਲੰਬੀਆਂ ਪਾਈਪਾਂ ਆਪਾਂ ਦਰੱਖਤਾਂ ਦੇ ਨਾਲ ਵਿਛਾ ਦਿੰਦੇ ਹਨ ਅਤੇ ਉਹਨਾਂ ਵਿੱਚ ਇੱਕ ਛੇਕ ਕਰ ਦਿੰਦੇ ਹਨ, ਜਿਸ ਨਾਲ ਬਹੁਤ ਬਰੀਕ ਛੇਕ ਹੁੰਦਾ ਹੈ, ਜਿਸ ਨਾਲ ਪਾਣੀ ਜਿਹੜਾ ਹੈ ਤੁਪਕਾ ਪੌਦਿਆਂ ਦੀਆਂ ਜੜ੍ਹਾਂ ਤੱਕ ਰਿਸਦਾ ਰਹਿੰਦਾ ਹੈ। ਸੋ ਵਿਦਿਆਰਥੀਓ, ਤੁਪਕਾ ਪ੍ਰਣਾਲੀ ਇਹ ਅਤੇ ਫੁਹਾਰਾ ਸਿਸਟਮ ਜੋ ਸੀ, ਇਹ ਦੋਹੇ ਐਸੇ ਮੈਥਡ ਹਨ ਜਿਨ੍ਹਾਂ ਨਾਲ ਅਸੀਂ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਨੂੰ ਆਪਾਂ ਬਚਾ ਸਕਦੇ ਹਾਂ। ਹੁਣ ਆਪਾਂ ਅਗਲੇ ਪ੍ਰਸ਼ਨ ਵੱਲ ਆਉਂਦੇ ਹਾਂ, ਜੋ ਹੈ
ਪ੍ਰਸ਼ਨ ਨੰਬਰ 7, ਖੇਤਾਂ ਵਿੱਚ ਲਗਾਤਾਰ ਫਸਲਾਂ ਬੀਜਣ ਨਾਲ ਭੂਮੀ 'ਤੇ ਕੀ ਪ੍ਰਭਾਵ ਪੈਂਦਾ ਹੈ? ਪਿਆਰੇ ਵਿਦਿਆਰਥੀਓ, ਤੁਹਾਨੂੰ ਪਤਾ ਹੈ ਕਿ ਜੇਕਰ ਆਪਾਂ ਖੇਤ ਵਿੱਚ ਇੱਕੋ ਕਿਸਮ ਦੀ ਫਸਲ ਲਗਾਤਾਰ ਬੀਜੀਏ ਤਾਂ ਉਸ ਖੇਤ ਵਿੱਚ, ਉਸ ਮਿੱਟੀ ਵਿੱਚ ਕਈ ਤੱਤਾਂ ਦੀ ਕਮੀ ਹੋ ਜਾਂਦੀ ਹੈ ਜੋ ਲਗਾਤਾਰ ਬੀਜੀ ਜਾਣ ਵਾਲੀ ਫਸਲ ਨੂੰ ਚਾਹੀਦੇ ਹੁੰਦੇ ਹਨ। ਇਸ ਲਈ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਲਈ ਕਿਸਾਨ ਖੇਤ ਵਿੱਚ ਖਾਦ ਵੀ ਪਾਉਂਦੇ ਹਨ। ਇਸ ਵਿਧੀ ਨੂੰ ਖਾਦ ਪਾਉਣਾ ਵੀ ਕਿਹਾ ਜਾਂਦਾ ਹੈ। ਖਾਦ ਦੀ ਕਮੀ ਕਾਰਨ ਪੌਦੇ ਕਮਜ਼ੋਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਪਿਆਰੇ ਵਿਦਿਆਰਥੀਓ, ਖੇਤਾਂ ਨੂੰ ਕੁਝ ਸਮੇਂ ਲਈ ਖਾਲੀ ਵੀ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਮਿੱਟੀ ਆਪਣੀ ਉਪਜਾਊ ਸ਼ਕਤੀ ਨੂੰ ਪੂਰਾ ਕਰ ਸਕਣ। ਹਾਂਜੀ ਪਿਆਰੇ ਵਿਦਿਆਰਥੀਓ, ਹੁਣ ਆਪਾਂ ਪ੍ਰਸ਼ਨ ਨੰਬਰ 8 ਦੇਖਦੇ ਹਾਂ। ਨਦੀਨ ਕੀ ਹੁੰਦੇ ਹਨ? ਅਸੀਂ ਇਹਨਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ? ਸੋ ਇਹ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਜੋ ਫਸਲਾਂ ਦੇ ਨਾਲ ਖੇਤ ਵਿੱਚ ਜੋ ਸਾਡੀ ਲੋੜੀਂਦੀ ਫਸਲ ਹੈ, ਜੋ ਅਸੀਂ ਆਪ ਉਗਾਈ ਹੈ, ਦੇ ਨਾਲ ਨਾਲ ਕਈ ਵਾਰੀ ਫਾਲਤੂ ਪੌਦੇ ਵੀ ਉਗ ਪਾਉਂਦੇ ਹਨ। ਇਹਨਾਂ ਫਾਲਤੂ ਪੌਦਿਆਂ ਨੂੰ ਨਦੀਨ ਕਿਹਾ ਜਾਂਦਾ ਹੈ। ਵਿਦਿਆਰਥੀਓ, ਇਸ ਨਦੀਨ ਨੂੰ ਖੇਤ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਨਦੀਨ ਜੋ ਹੁੰਦੇ ਹਨ, ਇਹ ਆਮ ਫਸਲ ਨਾਲੋਂ ਬਹੁਤ ਜਲਦੀ ਵੱਧਦੇ ਫੁੱਲਦੇ ਹਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਘੱਟ ਕਰਦੇ ਹਨ। ਇਹ ਮਿੱਟੀ ਦੀ ਜੋ ਖੁਰਾਕ ਹੈ, ਖਣਿਜ ਹਨ, ਪਾਣੀ ਹਨ, ਸੂਰਜ ਹੈ, ਸੂਰਜ ਦੀ ਰੋਸ਼ਨੀ ਹੈ, ਉਸ ਨੂੰ ਸੋਖ ਲੈਂਦੇ ਹਨ ਅਤੇ ਜੋ ਸਾਡੀ ਲੋੜੀਂਦੀ ਫਸਲ ਹੈ ਉਸਨੂੰ ਉਸਦੇ ਵਧਣ ਦੇ ਵਿੱਚ, ਉਸਦੇ ਝਾੜ, ਉਸਦੀ ਪੈਦਾਵਾਰ ਵਿੱਚ ਨੁਕਸਾਨ ਪਹੁੰਚਾਉਂਦੇ ਹਨ। ਇਸ ਕਰਕੇ ਇਹਨਾਂ ਨਦੀਨਾਂ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਇਹਨਾਂ ਨਦੀਨਾਂ ਨੂੰ ਖੇਤ ਵਿੱਚ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਗੋਡੀ ਕਹਿੰਦੇ ਹਨ। ਆਮ ਤੌਰ 'ਤੇ ਨਦੀਨਾਂ ਨੂੰ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਖੁਰਪੇ ਦੀ ਮਦਦ ਦੇ ਨਾਲ ਵੀ ਆਪਾਂ ਨਦੀਨਾਂ ਨੂੰ ਬਾਹਰ ਕੱਢ ਸਕਦੇ ਹਾਂ। ਇਸ ਤੋਂ ਇਲਾਵਾ ਆਪਾਂ ਇਸ ਨੂੰ, ਜੇ ਨਦੀਨ ਛੋਟੇ ਹਨ, ਕਮਜ਼ੋਰ ਹਨ, ਉਸ ਨੂੰ ਆਪਾਂ ਹੱਥ ਨਾਲ ਵੀ ਪੁੱਟ ਸਕਦੇ ਹਾਂ। ਇਸ ਤੋਂ ਇਲਾਵਾ ਦਾਤੀ ਨਾਲ ਵੱਢ ਸਕਦੇ ਹਾਂ ਜਾਂ ਆਪਣੇ ਕੋਲ ਇੱਕ ਹੋਰ ਤਰੀਕਾ ਹੈ ਜਿਸ ਨੂੰ ਕਿ ਆਪਾਂ ਨਦੀਨ ਨਾਸ਼ਕ ਕਹਿੰਦੇ ਹਨ। ਨਦੀਨਾਂ ਦੀ ਰੋਕਥਾਮ ਲਈ ਕੁਝ ਰਸਾਇਣਿਕ ਪਦਾਰਥਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਨਦੀਨ ਨਾਸ਼ਕ ਆਖਦੇ ਹਾਂ, ਜਿਵੇਂ ਕਿ 2,4-D ਅਤੇ ਬੂਟਾ ਕਲੋਰ ਆਦਿ। ਨਦੀਨਾਂ ਨੂੰ ਨਸ਼ਟ ਕਰਨ ਲਈ ਇਹਨਾਂ ਨਦੀਨ ਨਾਸ਼ਕਾਂ ਦਾ ਖੇਤ ਵਿੱਚ ਖੜੀ ਫਸਲ ਉੱਪਰ ਛਿੜਕਾਅ ਕੀਤਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇਹ ਨਦੀਨ ਨਾਸ਼ਕਾਂ ਦਾ ਜੋ ਸਾਡੀ ਲੋੜੀਂਦੀ ਫਸਲ ਹੈ ਉਹਨਾਂ ਨੂੰ ਇਹ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਇਹ ਕੇਵਲ ਜੋ ਬੇਲੋੜੇ ਪੌਦੇ ਉੱਗੇ ਹੋਏ ਹਨ ਉਹਨਾਂ ਨੂੰ ਹੀ ਨੁਕਸਾਨ ਪਹੁੰਚਾਉਂਦੇ ਹਨ। ਪਰ ਇਹਨਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਇਹ ਫਸਲਾਂ ਦੇ ਵਿੱਚ ਮਿਲ ਕੇ ਸਾਡੇ ਭੋਜਨ ਪ੍ਰਣਾਲੀ ਦਾ ਹਿੱਸਾ ਬਣਦੇ ਹਨ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੇ ਹਨ। ਪ੍ਰਸ਼ਨ ਨੰਬਰ 9 ਵੱਲ ਆਪਾਂ ਚੱਲਦੇ ਹਾਂ। ਹੇਠ ਲਿਖੇ ਬਕਸਿਆਂ ਨੂੰ ਉਚਿਤ ਤਰਤੀਬ ਵਿੱਚ ਸੈੱਟ ਕਰੋ ਤਾਂ ਕਿ ਗੰਨੇ ਦੀ ਫਸਲ ਉਗਾਉਣ ਦਾ ਰੇਖਾ ਚਿੱਤ ਤਿਆਰ ਹੋ ਜਾਵੇ। ਪਿਆਰੇ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਇਹ 1 ਤੋਂ ਲੈ ਕੇ 7 ਤੱਕ ਗੰਨੇ ਦੀ ਫਸਲ ਨਾਲ ਸੰਬੰਧਿਤ ਕੁਝ ਪੁਆਇੰਟਸ ਹਨ। ਆਪਾਂ ਨੇ ਇਹਨਾਂ ਪੁਆਇੰਟਸ ਨੂੰ ਪ੍ਰੋਪਰ ਤਰੀਕੇ ਨਾਲ ਅਰੇਂਜ ਕਰਨਾ ਹੈ। ਇਹ ਪੁਆਇੰਟ ਉਲਟੇ ਲਿਖੇ ਹੋਏ ਹਨ, ਜਿਵੇਂ ਕਿ ਫਸਲ ਨੂੰ ਖੱਡ ਮੀਲ ਤੱਕ ਪਹੁੰਚਾਉਣਾ, ਸਿੰਚਾਈ, ਵਾਢੀ, ਬਿਜਾਈ, ਭੂਮੀ ਦੀ ਤਿਆਰੀ, ਹਲ ਵਾਹੁਣਾ, ਖਾਦ ਪਾਉਣਾ। ਪਰ ਆਪਾਂ ਨੂੰ ਪਤਾ ਹੈ ਕਿ ਜੇਕਰ ਆਪਾਂ ਨੇ ਕੋਈ ਫਸਲ ਉਗਾਉਣੀ ਹੈ ਤਾਂ ਸਭ ਨਾਲੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਪੈਣਾ? ਭੂਮੀ ਦੀ ਤਿਆਰੀ ਕਰਨੀ ਪੈਣੀ। ਇਸ ਕਰਕੇ ਇਸ ਦਾ ਮਤਲਬ ਇਹ ਹੈ ਕਿ ਜੋ ਪੁਆਇੰਟ ਨੰਬਰ 5 ਹੈ ਉਹ ਆਪਣਾ ਸਭ ਨਾਲੋਂ ਪਹਿਲਾਂ ਆਵੇਗਾ। ਨੰਬਰ 2 'ਤੇ ਆਪਾਂ ਨੂੰ ਹਲ ਵਾਹੁਣਾ ਪੈਣਾ।
ਸੋ ਪਿਆਰੇ ਵਿਦਿਆਰਥੀਓ, ਨੰਬਰ 1 ਤੇ ਆਏਗਾ ਭੂਮੀ ਦੀ ਤਿਆਰੀ, ਜੋ ਕਿ ਆਪਾਂ ਕਿਵੇਂ ਕਰ ਸਕਦੇ ਹਾਂ? ਹਲ ਵਾਹ ਕੇ ਕਰ ਸਕਦੇ ਹਾਂ। ਉਸ ਤੋਂ ਬਾਅਦ ਭੂਮੀ ਦੀ ਤਿਆਰੀ ਤੋਂ ਬਾਅਦ ਆਪਾਂ ਬੀਜਾਂ ਨੂੰ ਬੀਜ ਸਕਦੇ ਹਾਂ, ਜੋ ਕਿ ਆਪਣਾ 3rd ਸਟੈਪ ਹੋ ਗਿਆ। ਇਸ ਤੋਂ ਬਾਅਦ ਆਪਣਾ 4th ਸਟੈਪ ਕੀ ਹੋਏਗਾ? ਖਾਦ ਪਾਉਣਾ, ਤਾਂ ਕਿ ਜੋ ਪੌਦੇ ਹਨ ਉਹਨਾਂ ਨੂੰ ਉਚਿਤ ਮਾਤਰਾ ਵਿੱਚ ਜੋ ਉਹਨਾਂ ਦੀ ਲੋੜੀਂਦੀ ਖੁਰਾਕ ਹੈ ਉਹ ਮਿਲ ਸਕੇ। ਉਸ ਤੋਂ ਅਗਲਾ ਸਟੈਪ ਸਿੰਚਾਈ, ਪਾਣੀ ਦੇਣਾ ਨਿਸ਼ਚਿਤ ਅੰਤਰਾਲ ਤੋਂ ਬਾਅਦ। ਉਸ ਤੋਂ ਬਾਅਦ ਵਾਢੀ ਹੈ। ਜਦੋਂ ਫਸਲ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਫਸਲ ਨੂੰ ਵੱਢ ਦਿੰਦੇ ਹਨ, ਕੱਟ ਦਿੰਦੇ ਹਾਂ, ਅਤੇ ਲਾਸਟ ਦੇ ਵਿੱਚ ਜਦੋਂ ਫਸਲ ਤਿਆਰ ਹੋ ਗਈ ਫਸਲ ਨੂੰ ਖੰਡ ਮਿੱਲ ਤੱਕ ਪਹੁੰਚਾਉਣਾ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਪਾਠ ਨੰਬਰ 1 ਜਮਾਤ 8ਵੀਂ ਵਿਸ਼ਾ ਸਾਇੰਸ ਦੇ ਪ੍ਰਸ਼ਨ ਉੱਤਰ। ਉਮੀਦ ਹੈ ਤੁਸੀਂ ਇਹਨਾਂ ਪ੍ਰਸ਼ਨਾਂ ਦੀ ਘਰੇ ਬੈਠ ਕੇ ਜ਼ਰੂਰ ਤਿਆਰੀ ਕਰੋਗੇ। ਧੰਨਵਾਦ।